व्याकरण नाल संबंधित इस वीडियो विच असीं समासी शब्दां बारे गल करांगे। आओ सब तो पहला समझते हाँ कि समासी शब्द हुंदे की हन, इस दी परिभाषा की है। समास का अर्थ है जोड़ना। ਉਹ ਰਚਿਤ ਸ਼ਬਦ ਜਿਹੜੇ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਸੁਮੇਲ ਨਾਲ ਸੰਬੰਧਕ ਜਾਂ ਯੋਜਕ ਲੱਗ ਕੇ ਬਣੇ ਹੋਣ ਨੂੰ ਸਮਾਸੀ ਸ਼ਬਦ ਆਖਦੇ ਹਨ। ਅਜਿਹੇ ਸ਼ਬਦਾਂ ਨੂੰ ਲਿਖਣ ਵੇਲੇ ਸੰਬੰਧਕ ਨੂੰ ਹਟਾ ਕੇ ਜੋੜਨੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਉਦਾਹਰਨ ਵੇਖਦੇ ਹਾਂ ਅਸੀਂ ਗੱਲ ਅਤੇ ਬਾਤ। ਇਹਨਾਂ ਸ਼ਬਦਾਂ ਨੂੰ ਜੋੜ ਕੇ ਜਦੋਂ ਸਮਾਸੀ ਸ਼ਬਦ ਬਣਾਉਣਾ ਹੈ ਤਾਂ ਗੱਲ ਵਿੱਚ ਜੋੜਨੀ ਲੱਗੀ ਬਾਤ। ਇੱਜ਼ਤ ਅਤੇ ਮਾਣ, ਇਹਨਾਂ ਸ਼ਬਦਾਂ ਨੂੰ ਜੋੜ ਕੇ ਜਦੋਂ ਸਮਾਸੀ ਸ਼ਬਦ ਬਣਾਇਆ ਤਾਂ ਇੱਜ਼ਤ, ਫਿਰ ਜੋੜਨੀ, ਉਸ ਤੋਂ ਬਾਅਦ ਮਾਣ। ਸੋ ਇਹ ਇਸ ਦੀ ਖਾਸ ਪਛਾਣ ਹੈ ਕਿ ਵਿੱਚ ਜੋੜਨੀ ਲੱਗੀ ਹੁੰਦੀ ਹੈ, ਪਰ ਕੁਝ ਹਾਲਤਾਂ ਵਿੱਚ ਅਜਿਹਾ ਨਹੀਂ ਹੁੰਦਾ। ਜਿਵੇਂ ਪਰ ਅਗੇਤਰ ਜਾਂ ਪਿਛੇਤਰ ਦੀ ਵਰਤੋਂ ਨਾਲ ਬਣਨ ਵਾਲੇ ਕਈ ਸ਼ਬਦਾਂ ਵਿੱਚ ਜੋੜਨੀ ਦੀ ਵਰਤੋਂ ਨਹੀਂ ਵੀ ਕੀਤੀ ਜਾਂਦੀ। ਜਿਵੇਂ ਅਤ ਜਮ੍ਹਾਂ ਕਥਨੀ, ਅਤ ਕਥਨੀ, ਰੌਸ਼ਨ ਜਮ੍ਹਾਂ ਦਾਨ, ਰੌਸ਼ਨਦਾਨ। ਇਹ ਹੈ ਸਮਾਸੀ ਸ਼ਬਦ ਦੀ ਪਰਿਭਾਸ਼ਾ। ਹੁਣ ਸਮਾਸੀ ਸ਼ਬਦ ਬਣਾਏ ਕਿਵੇਂ ਜਾ ਸਕਦੇ ਹਨ, ਉਸ ਗੱਲ ਵੱਲ ਵੱਧਦੇ ਹਾਂ। ਅੱਗੇ ਦੱਸੀਆਂ 7 ਵਿਧੀਆਂ ਨਾਲ ਸਮਾਸੀ ਸ਼ਬਦ ਬਣਾਏ ਜਾ ਸਕਦੇ ਹਨ। ਹੁਣ ਉਹ 7 ਵਿਧੀਆਂ ਕਿਹੜੀਆਂ ਹਨ, ਆਓ ਵੇਖਦੇ ਹਾਂ। ਸਭ ਤੋਂ ਪਹਿਲੀ ਵਿਧੀ ਹੈ ਸਮਾਨਾਰਥਕ ਸ਼ਬਦਾਂ ਦੇ ਸੁਮੇਲ ਤੋਂ। ਇਸ ਕਿਸਮ ਦੇ ਸ਼ਬਦਾਂ ਵਿੱਚ ਜੋ ਸਮਾਸੀ ਸ਼ਬਦ ਹੁੰਦੇ ਹਨ ਉਹ ਦੋਵੇਂ ਸ਼ਬਦ ਇੱਕੋ ਅਰਥਾਂ ਵਾਲੇ ਹੁੰਦੇ ਹਨ। ਸਮਾਨਾਰਥਕ ਸ਼ਬਦਾਂ ਦੇ ਸੁਮੇਲ ਤੋਂ, ਜਿਵੇਂ ਸਿਰਲੇਖ ਤੋਂ ਵੀ ਸਪਸ਼ਟ ਹੈ ਕਿ ਦੋਵੇਂ ਜੋ ਸਮਾਸੀ ਸ਼ਬਦ ਹਨ ਉਹਨਾਂ ਦਾ ਜੋ ਅਰਥ ਹੈ ਉਹ ਇੱਕੋ ਹੁੰਦਾ ਹੈ। ਜਿਵੇਂ ਇਸ ਪਾਸੇ ਹੁਣ ਸਾਡੇ ਕੋਲ ਸ਼ਬਦ ਹਨ ਤੇ ਇਸ ਪਾਸੇ ਸਮਾਸੀ ਸ਼ਬਦ। ਸੋਚ ਅਤੇ ਵਿਚਾਰ, ਇਸ ਤੋਂ ਬਣ ਗਿਆ ਸੋਚ ਵਿਚਾਰ, ਵਿੱਚ ਜੋੜਨੀ ਲੱਗੀ, ਇਹ ਇਸ ਦੀ ਪਛਾਣ ਹੈ। ਕੌਲ ਅਤੇ ਕਰਾਰ, ਕੌਲ ਕਰਾਰ। ਇੱਜ਼ਤ ਅਤੇ ਮਾਣ, ਇੱਜ਼ਤ ਮਾਣ। ਗੋਲਾ ਅਤੇ ਬਰੂਦ, ਗੋਲਾ ਬਰੂਦ। ਘੁੰਮਣਾ ਅਤੇ ਫਿਰਨਾ, ਘੁੰਮਣਾ ਫਿਰਨਾ। ਚੱਜ ਅਤੇ ਆਚਾਰ, ਚੱਜ ਆਚਾਰ। ਜਿੰਦ ਅਤੇ ਜਾਨ, ਜਿੰਦ ਜਾਨ। ਖੁਸ਼ੀਆਂ ਅਤੇ ਖੇੜੇ, ਖੁਸ਼ੀਆਂ ਖੇੜੇ। ਸੋ ਇਹਨਾਂ ਦਾ ਜੋ ਅਰਥ ਹੈ, ਇਸ ਪਾਸੇ ਜੋ ਅਸੀਂ ਵੇਖ ਰਹੇ ਹਾਂ ਜਾਂ ਇਸ ਪਾਸੇ ਵੇਖ ਰਹੇ ਹਾਂ ਕਿ ਇਸ ਪਾਸੇ ਵਾਲੇ ਸ਼ਬਦ ਅਤੇ ਇਸ ਪਾਸੇ ਵਾਲੇ ਸ਼ਬਦ, ਇਹਨਾਂ ਦਾ ਜੋ ਅਰਥ ਹੈ ਉਹ ਇੱਕੋ ਹੀ ਹੈ। ਜੋੜਨੀ ਦੇ ਦੋਨੋਂ ਪਾਸੇ ਆਉਣ ਵਾਲੇ ਜੋ ਸ਼ਬਦ ਹਨ ਉਹ ਸਮਾਨਾਰਥਕ ਸ਼ਬਦ ਹਨ। ਹੁਣ ਨੰਬਰ 2 ਨੁਕਤਾ ਅਸੀਂ ਵੇਖਦੇ ਹਾਂ। ਨੰਬਰ 2 ਜੋ ਨੁਕਤਾ ਹੈ ਉਹ ਹੈ ਵਿਰੋਧਾਰਥਕ ਸ਼ਬਦਾਂ ਦੇ ਸੁਮੇਲ ਤੋਂ। ਇਸ ਕਿਸਮ ਦੇ ਸਮਾਸੀ ਸ਼ਬਦਾਂ ਦੇ ਵਿੱਚ ਜੋ ਦੋਵੇਂ ਸ਼ਬਦ ਹੁੰਦੇ ਹਨ ਉਹ ਵਿਰੋਧੀ ਅਰਥਾਂ ਵਾਲੇ ਹੁੰਦੇ ਹਨ। ਵਿਰੋਧਾਰਥਕ ਸ਼ਬਦਾਂ ਦੇ ਸੁਮੇਲ ਤੋਂ, ਸਿਰਲੇਖ ਤੋਂ ਵੀ ਸਪਸ਼ਟ ਹੈ ਕਿ ਦੋਨਾਂ ਦੇ ਜੋ ਅਰਥ ਹਨ ਉਹ ਵਿਰੋਧਾਰਥਕ ਹਨ, ਭਾਵ ਵਿਰੋਧੀ ਅਰਥ ਪ੍ਰਗਟ ਕਰਨ ਵਾਲੇ ਸ਼ਬਦ ਹਨ। ਹੁਣ ਇਸ ਪਾਸੇ ਸ਼ਬਦ ਹਨ ਸਾਡੇ ਕੋਲੇ, ਤੁਸੀਂ
ਪਹਿਲਾਂ ਆਪ ਕੋਸ਼ਿਸ਼ ਕਰੋ ਇਹਨਾਂ ਨੂੰ ਬਣਾਉਣ ਦੀ, ਫਿਰ ਮੈਂ ਉੱਤਰ ਦਿੰਦਾ ਹਾਂ। ਉੱਚਾ ਅਤੇ ਨੀਵਾਂ, ਅੱਗੇ ਅਤੇ ਪਿੱਛੇ, ਗਰਮ ਅਤੇ ਸਰਦ, ਸੱਚ ਅਤੇ ਝੂਠ, ਪੂਰਬ ਅਤੇ ਪੱਛਮ, ਪਾਪ ਅਤੇ ਪੁੰਨ। ਸਮਾਸੀ ਸ਼ਬਦ ਇਹਨਾਂ ਦਾ ਕੀ ਬਣਿਆ? ਉੱਚਾ ਅਤੇ ਨੀਵਾਂ ਦਾ ਉੱਚਾ, ਨੀਵਾਂ ਵਿੱਚ ਜੋੜਨੀ ਆ ਗਈ। ਅੱਗੇ ਅਤੇ ਪਿੱਛੇ ਦਾ ਅੱਗੇ ਪਿੱਛੇ। ਗਰਮ ਅਤੇ ਸਰਦ ਦਾ ਗਰਮ ਸਰਦ। ਸੱਚ ਅਤੇ ਝੂਠ ਦਾ ਸੱਚ ਝੂਠ। ਪੂਰਬ ਅਤੇ ਪੱਛਮ ਦਾ ਪੂਰਬ ਪੱਛਮ। ਪਾਪ ਅਤੇ ਪੁੰਨ ਦਾ ਪਾਪ, ਫਿਰ ਜੋੜਨੀ ਪੁੰਨ। ਸੋ ਜੋੜਨੀ ਤਾਂ ਲੱਗੇਗੀ ਹੀ ਲੱਗੇਗੀ। ਸੋ ਇੱਥੇ ਵੀ ਅਸੀਂ ਵੇਖ ਸਕਦੇ ਹਾਂ ਇਸ ਪਾਸੇ ਜਾਂ ਅਤੇ ਦੇ ਦੋਨੋਂ ਪਾਸੇ ਜੋ ਸ਼ਬਦ ਆ ਰਹੇ ਹਨ ਉਹ ਵਿਰੋਧੀ ਅਰਥਾਂ ਵਾਲੇ ਹਨ। ਜਿਵੇਂ ਉੱਚਾ ਦਾ ਨੀਵਾਂ ਹੁੰਦਾ ਹੈ, ਅੱਗੇ ਦਾ ਪਿੱਛੇ ਹੁੰਦਾ ਹੈ, ਗਰਮ ਦਾ ਸਰਦ, ਸੱਚ ਦਾ ਝੂਠ ਹੁੰਦਾ ਹੈ, ਪੂਰਬ ਦਾ ਪੱਛਮ ਅਤੇ ਪਾਪ ਦਾ ਪੁੰਨ। ਸੋ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇੱਥੇ ਜੋ ਸ਼ਬਦ ਆਏ ਹਨ ਉਹ ਵਿਰੋਧੀ ਅਰਥਾਂ ਵਾਲੇ ਹਨ। ਹੁਣ 3 ਨੰਬਰ ਜੋ ਨੁਕਤਾ ਹੈ ਉਸ ਵੱਲ ਅਸੀਂ ਵੱਧਦੇ ਹਾਂ। 3 ਨੰਬਰ ਹੈ ਭਿੰਨ ਭਿੰਨ ਅਰਥਾਂ ਵਾਲੇ ਸ਼ਬਦਾਂ ਦੇ ਸੁਮੇਲ ਤੋਂ। ਹੁਣ ਪਹਿਲੇ ਦੇ ਵਿੱਚ ਅਸੀਂ ਵੇਖਿਆ ਕਿ ਦੋਨੋਂ ਜੋ ਸ਼ਬਦ ਆਏ ਸਮਾਸੀ ਸ਼ਬਦ ਦੇ ਵਿੱਚ ਜੋ ਜੋੜਨੀ ਲੱਗੀ ਹੋਈ ਹੈ ਉਸ ਦੇ ਦੋਨੋਂ ਪਾਸੇ ਜੋ ਸ਼ਬਦ ਹਨ ਉਹਨਾਂ ਦਾ ਅਰਥ ਇੱਕੋ ਹੀ ਹੈ, ਸਮਾਨਾਰਥਕ ਨੇ। 2 ਨੰਬਰ ਨੁਕਤੇ 'ਚ ਅਸੀਂ ਦੇਖਿਆ ਕਿ ਜੋੜਨੀ ਦੇ ਦੋਨੋਂ ਪਾਸੇ ਜੋ ਸ਼ਬਦ ਹਨ ਉਹਨਾਂ ਦੇ ਅਰਥ ਵਿਰੋਧੀ ਹਨ। ਭਾਵ ਭਿੰਨ ਭਿੰਨ ਭਾਵ ਅਰਥ ਭਿੰਨ ਭਿੰਨ ਤਾਂ ਹਨ ਪਰ ਵਿਰੋਧੀ ਹਨ, ਬਿਲਕੁਲ ਇੱਕ ਦੂਜੇ ਦੇ ਉਲਟ ਆ ਰਹੇ ਹਨ। ਸਮਾਨਾਰਥਕ ਦੇ ਵਿੱਚ ਇੱਕੋ ਹਨ, ਵਿਰੋਧਾਰਥਕ ਦੇ ਵਿੱਚ ਸ਼ਬਦ ਦੋਨੋਂ ਪਾਸੇ ਅਲੱਗ-ਅਲੱਗ ਅਰਥ ਹਨ ਪਰ ਵਿਰੋਧੀ ਅਰਥਾਂ ਵਾਲੇ। ਹੁਣ 3 ਨੰਬਰ ਮੈਂ ਭਿੰਨ ਭਿੰਨ ਸ਼ਬਦ ਉੱਥੇ ਕਿਉਂ ਵਰਤਿਆ ਤਾਂ ਕਿ ਤੁਹਾਨੂੰ ਸਮਝ ਆਏ ਕਿ ਉੱਥੇ ਸ਼ਬਦ ਤਾਂ ਅਲੱਗ-ਅਲੱਗ ਹੀ ਹਨ ਪਰ ਅਰਥ ਉਲਟ ਆ ਰਹੇ ਹਨ। ਤੇ ਭਿੰਨ ਭਿੰਨ ਦਾ ਉਸ ਨਾਲੋਂ ਕੀ ਫਰਕ ਹੈ ਕਿ ਭਿੰਨ ਭਿੰਨ ਦੇ ਵਿੱਚ ਜੋ ਇਹ ਸ਼ਬਦ ਆ ਰਹੇ ਹਨ ਇਹ ਬਿਲਕੁਲ ਹੀ ਵੱਖਰੇ ਵੱਖਰੇ ਹਨ, ਇੱਕ ਦੂਜੇ ਨਾਲ ਨਾ ਤਾਂ ਇਹ ਸਮਾਨਾਰਥਕ ਹਨ ਤੇ ਨਾ ਹੀ ਵਿਰੋਧਾਰਥਕ। ਇਹਨਾਂ ਦੇ ਅਰਥ ਅਲੱਗ-ਅਲੱਗ ਹਨ। ਜਿਵੇਂ ਇਸ ਦਾ ਅਰਥ ਅੰਗ ਦਾ ਅਲੱਗ ਹੈ ਅਤੇ ਸਾਕ ਦਾ ਅਲੱਗ ਹੈ, ਹਵਾ ਦਾ ਅਲੱਗ ਹੈ ਅਤੇ ਪਾਣੀ ਦਾ ਅਲੱਗ ਹੈ। ਘਿਓ ਅਤੇ ਸ਼ੱਕਰ, ਘਿਓ ਅਲੱਗ ਚੀਜ਼ ਹੈ, ਸ਼ੱਕਰ ਅਲੱਗ ਹੈ। ਜੇਠ ਅਲੱਗ ਹੈ, ਹਾੜ ਅਲੱਗ ਹੈ। ਇਹ ਮਹੀਨਿਆਂ ਦੇ ਨਾਮ ਹਨ, ਦੇਸੀ ਮਹੀਨਿਆਂ ਦੇ। ਦੁੱਧ ਅਲੱਗ ਹੈ ਤੇ ਦਹੀਂ ਅਲੱਗ ਚੀਜ਼ ਹੈ। ਸੋ ਇੱਥੇ ਨਾ ਤਾਂ ਅਰਥ ਸਮਾਨ ਹਨ ਜਿਵੇਂ 1 ਨੰਬਰ ਨੁਕਤੇ ਦੇ ਵਿੱਚ ਸੀ ਅਤੇ ਨਾ ਹੀ ਵਿਰੋਧੀ ਹਨ ਜਿਵੇਂ 2 ਨੰਬਰ ਨੁਕਤੇ ਦੇ ਵਿੱਚ ਸੀ। ਇੱਥੇ ਅਰਥ ਭਿੰਨ ਹਨ। ਸ਼ਬਦ ਪਹਿਲੇ 'ਚ ਵੀ ਅਲੱਗ-ਅਲੱਗ ਨੇ। ਜੇ ਅਸੀਂ ਉਹਨੂੰ ਦੁਬਾਰਾ ਵੇਖੀਏ ਤਾਂ ਸ਼ਬਦ ਇੱਥੇ ਵੀ ਅਲੱਗ-ਅਲੱਗ ਹਨ ਪਰ ਅਰਥ ਸਮਾਨ ਹਨ। ਇਸੇ ਤਰ੍ਹਾਂ 2 ਨੰਬਰ ਦੇ ਵਿੱਚ ਇੱਥੇ ਵੀ ਸ਼ਬਦ ਅਲੱਗ-ਅਲੱਗ ਹਨ ਪਰ ਅਰਥ ਵਿਰੋਧਾਰਥਕ ਹਨ। ਤੇ 3 ਨੰਬਰ ਦੇ ਵਿੱਚ ਸ਼ਬਦ ਇੱਥੇ ਵੀ ਅਲੱਗ-ਅਲੱਗ ਹਨ ਪਰ ਇੱਥੇ ਅਰਥ ਵੀ ਭਿੰਨ-ਭਿੰਨ ਹਨ, ਨਾ ਤਾਂ ਸਮਾਨਾਰਥਕ ਹਨ ਅਤੇ ਨਾ ਹੀ ਵਿਰੋਧਾਰਥਕ ਹਨ। ਪਹਿਲਾਂ ਤੁਸੀਂ ਇਹਨਾਂ ਰਾਹੀਂ ਸ਼ਬਦ ਬਣਾਉਣ ਦੀ ਕੋਸ਼ਿਸ਼ ਕਰੋ। ਇਹਨਾਂ ਨੂੰ ਆਪਣੀ ਕਾਪੀਆਂ ਦੇ ਵਿੱਚ ਲਿਖ ਕੇ ਸ਼ਬਦ ਬਣਾਉਣ ਦੀ ਕੋਸ਼ਿਸ਼ ਕਰੋ। ਫਿਰ ਅਸੀਂ ਉੱਤਰ ਇਹਨਾਂ ਦੇ ਵੇਖਦੇ ਹਾਂ ਤੇ ਮਿਲਾਉਂਦੇ ਹਾਂ। ਜਿਵੇਂ ਅੰਗ ਅਤੇ ਸਾਕ ਦਾ ਅੰਗ ਸਾਕ ਵਿੱਚ ਜੋੜਨੀ ਆ ਗਈ। ਹਵਾ ਅਤੇ ਪਾਣੀ ਦਾ ਹਵਾ ਪਾਣੀ ਜੋੜਨੀ ਆ ਗਈ। ਘਿਓ ਅਤੇ ਸ਼ੱਕਰ ਘਿਓ ਸ਼ੱਕਰ ਇਹ ਜੋੜਨੀ ਆ ਗਈ। ਜੇਠ ਅਤੇ ਹਾੜ ਜੇਠ ਹਾੜ ਜੋੜਨੀ ਆ ਗਈ। ਦੁੱਧ ਅਤੇ ਦਹੀਂ ਦੁੱਧ ਦਹੀਂ ਇੱਥੇ ਜੋੜਨੀ ਆ ਗਈ। ਹੁਣ ਅਸੀਂ 4 ਨੰਬਰ ਨੁਕਤੇ ਵੱਲ ਵੱਧਦੇ ਹਾਂ। ਸੋ ਇਹ ਹੈ ਸਾਰਥਕ ਤੇ ਨਿਰਾਰਥਕ ਸ਼ਬਦਾਂ ਦੇ ਸੁਮੇਲ ਤੋਂ। ਹੁਣ ਪਹਿਲੇ ਦੇ ਵਿੱਚ ਸਮਾਨਾਰਥਕ ਸੀ
ਦੂਸਰੇ ਦੇ ਵਿੱਚ ਵਿਰੋਧਾਰਥਕ, ਤੀਸਰੇ ਦੇ ਵਿੱਚ ਅਰਥ ਹੀ ਭਿੰਨ ਭਿੰਨ ਹੋ ਗਏ। ਹੁਣ ਚੌਥੇ ਦੇ ਵਿੱਚ ਕੀ ਹੈ ਕਿ ਸਾਰਥਕ ਤੇ ਨਿਰਾਰਥਕ। ਜਿਵੇਂ ਇੱਕ ਸ਼ਬਦ ਸਾਰਥਕ ਹੈ ਅਤੇ ਦੂਸਰਾ ਨਿਰਾਰਥਕ ਹੈ, ਉਹਨਾਂ ਤੋਂ ਤੁਸੀਂ ਸਮਾਸੀ ਸ਼ਬਦ ਬਣਾਉਣਾ ਹੈ। ਜਿਵੇਂ ਊਲ ਅਤੇ ਜਲੂਲ, ਊਲ ਦਾ ਅਰਥ ਹੈ, ਜਲੂਲ ਦਾ ਕੋਈ ਅਰਥ ਨਹੀਂ। ਬੂਟਾ ਅਤੇ ਬਾਟਾ, ਬੂਟਾ ਦਾ ਅਰਥ ਹੈ, ਬਾਟਾ ਦਾ ਨਹੀਂ। ਗਰਮੀ ਅਤੇ ਗੁਰਮੀ, ਗਰਮੀ ਦਾ ਅਰਥ ਹੈ, ਗੁਰਮੀ ਦਾ ਕੋਈ ਅਰਥ ਨਹੀਂ। ਦਾਲ ਅਤੇ ਦੂਲ, ਦਾਲ ਦਾ ਅਰਥ ਹੈ ਖਾਣ ਵਾਲਾ ਪਦਾਰਥ ਹੈ। ਗਰਮੀ ਮੌਸਮ ਹੈ, ਇਹ ਸਾਨੂੰ ਪਤਾ ਹੀ ਹੈ ਬੂਟਾ ਕੀ ਹੁੰਦਾ ਹੈ। ਦੂਲ ਕੁਛ ਨਹੀਂ। ਹਾਕੀ ਖੇਡ ਦਾ ਨਾਂ ਹੈ ਅਤੇ ਹੁੱਕੀ ਕੁਛ ਵੀ ਨਹੀਂ। ਸੋ ਇਹਨਾਂ ਤੋਂ ਤੁਸੀਂ ਪਹਿਲਾਂ ਖੁਦ ਕੋਸ਼ਿਸ਼ ਕਰੋ ਸਮਾਸੀ ਸ਼ਬਦ ਬਣਾਉਣ ਦੀ। ਇਹ ਅਭਿਆਸ ਤੁਸੀਂ ਵੀਡੀਓ ਨੂੰ ਰੋਕ ਕੇ ਵੀ ਕਰ ਸਕਦੇ ਹੋ। ਹੁਣ ਇਹਨਾਂ ਦੇ ਸਮਾਸੀ ਸ਼ਬਦ, ਊਲ ਅਤੇ ਜਲੂਲ ਤੋਂ ਬਣਿਆ ਊਲ ਜਲੂਲ, ਵਿੱਚ ਜੋੜਨੀ ਆ ਗਈ। ਬੂਟਾ ਅਤੇ ਬਾਟਾ ਤੋਂ ਬੂਟਾ ਬਾਟਾ, ਵਿੱਚ ਜੋੜਨੀ ਆ ਗਈ। ਗਰਮੀ ਅਤੇ ਗੁਰਮੀ ਤੋਂ ਗਰਮੀ ਗੁਰਮੀ, ਵਿੱਚ ਜੋੜਨੀ ਆ ਗਈ। ਦਾਲ ਅਤੇ ਦੂਲ ਤੋਂ ਦਾਲ ਦੂਲ, ਵਿੱਚ ਜੋੜਨੀ ਆ ਗਈ। ਹਾਕੀ ਅਤੇ ਹੁੱਕੀ ਤੋਂ ਹਾਕੀ ਹੁੱਕੀ, ਵਿੱਚ ਜੋੜਨੀ ਆ ਗਈ। ਸੋ ਇਹ ਸੀ ਸਾਡਾ 4 ਨੰਬਰ ਨੁਕਤਾ। ਹੁਣ 5 ਨੰਬਰ, 5 ਨੰਬਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵਾਕੰਸ਼ਾਂ ਦੇ ਆਧਾਰ ਤੇ ਸਮਾਸੀ ਸ਼ਬਦ ਕੀ ਬਣਦੇ ਹਨ। ਕਿ ਸਾਡੇ ਕੋਲੇ ਵਾਕੰਸ਼ ਹਨ, ਉਹਨਾਂ ਤੋਂ ਅਸੀਂ ਸਮਾਸੀ ਸ਼ਬਦ ਬਣਾਉਣੇ ਹਨ। ਜਿਵੇਂ ਅਸਮਾਨ ਦੀ ਬਿਜਲੀ, ਹੱਡ ਅਤੇ ਮਾਸ, ਠਾਕਰ ਦਾ ਦੁਆਰਾ, ਤੰਗ ਦਿਲ ਵਾਲਾ, ਦੇਸ਼ ਦਾ ਭਗਤ। ਹੁਣ ਪਹਿਲੇ ਜੋ 4 ਨੁਕਤੇ ਅਸੀਂ ਦੇਖ ਕੇ ਆਏ, ਉਹਨਾਂ ਦੇ ਵਿੱਚ ਜੋ ਵਿੱਚ ਵਾਲਾ ਸੀ ਸ਼ਬਦ ਹੈ ਉਹ ਹਟਾ ਕੇ ਜੋੜਨੀ ਲਗਾ ਦਿੰਦੇ ਹਾਂ ਕਿ ਉੱਥੇ ਜੋੜਨੀ ਲੱਗ ਗਈ, ਸ਼ਬਦ ਬਣ ਗਿਆ। ਪਰ ਇੱਥੇ ਥੋੜ੍ਹਾ ਜਿਹਾ ਫਰਕ ਪੈ ਜਾਂਦਾ ਹੈ ਕਿ ਵਾਕੰਸ਼ ਨੂੰ ਬਦਲ ਕੇ ਅਸੀਂ ਸਮਾਸੀ ਸ਼ਬਦ ਬਣਾਉਣਾ ਹੈ, ਉਸ ਨੂੰ ਸਮਾਸੀ ਸ਼ਬਦ ਵਿੱਚ ਬਦਲਣਾ ਹੈ। ਜਿਵੇਂ ਅਸਮਾਨ ਦੀ ਬਿਜਲੀ, ਅਸਮਾਨੀ ਬਿਜਲੀ, ਇੱਥੇ ਇਹ ਨਹੀਂ ਹੈ ਕਿ ਇਹ ਸ਼ਬਦ ਅਸੀਂ ਹਟਾਇਆ ਤੇ ਜੋੜ ਨਹੀਂ ਲਾਈ, ਇੱਥੇ ਸ਼ਬਦਾਂ ਦਾ ਰੂਪ ਵੀ ਬਦਲ ਰਿਹਾ ਹੈ। ਅਸਮਾਨੀ ਜੋੜਨੀ, ਫਿਰ ਬਿਜਲੀ। ਹੱਡ ਅਤੇ ਮਾਸ ਇੱਥੇ ਨਹੀਂ ਬਦਲਿਆ, ਹੱਡ ਮਾਸ ਬਣ ਗਿਆ। ਠਾਕਰ ਦਾ ਦੁਆਰਾ ਇੱਥੇ ਵੀ ਨਹੀਂ ਬਦਲਿਆ, ਠਾਕਰ ਦੁਆਰਾ। ਜ਼ਰੂਰੀ ਨਹੀਂ ਕਿ ਸਾਰਿਆਂ ਦੇ ਵਿੱਚ ਬਦਲੇ, ਕਈਆਂ ਦੇ ਵਿੱਚ ਬਦਲੇਗਾ, ਕਈਆਂ ਦੇ ਵਿੱਚ ਨਹੀਂ। ਪਰ ਇਸ ਗੱਲ ਦਾ ਅਸੀਂ ਬਹੁਤ ਧਿਆਨ ਰੱਖਣਾ ਹੈ। ਇਹ ਨਹੀਂ ਹੈ ਕਿ ਵਿੱਚ ਵਾਲਾ ਸ਼ਬਦ ਅਸੀਂ ਹਟਾਇਆ ਤੇ ਜੋੜਨੀ ਲਗਾ ਦਿੱਤੀ, ਕਿ ਕਿਤੇ ਸ਼ਬਦ ਦਾ ਸਰੂਪ ਤਾਂ ਨਹੀਂ ਬਦਲ ਰਿਹਾ। ਹੁਣ ਠਾਕਰ ਦਾ ਦੁਆਰਾ ਦਾ ਹੋ ਗਿਆ ਠਾਕਰ ਦੁਆਰਾ, ਵਿੱਚ ਜੋੜਨੀ ਲੱਗ ਗਈ। ਪਰ ਤੰਗ ਦਿਲ ਵਾਲਾ ਦੇ ਵਿੱਚ ਵਾਲਾ ਸ਼ਬਦ ਨਹੀਂ ਹਟਿਆ। ਜਿਵੇਂ ਇੱਥੇ ਵਿੱਚ ਵਾਲਾ ਸ਼ਬਦ ਹਟਿਆ ਹੈ, ਇੱਥੇ ਵਿੱਚ ਵਾਲਾ ਸ਼ਬਦ ਨਹੀਂ ਹਟਿਆ। ਤੰਗ ਦਿਲ, ਤੰਗ ਦਿਲ, ਇਹ ਵਾਲਾ ਸ਼ਬਦ ਇੱਥੋਂ ਹਟਿਆ। ਦੇਸ਼ ਦਾ ਭਗਤ, ਦੇਸ਼ ਭਗਤ। ਹੁਣ ਸਾਡਾ ਹੈ 6 ਨੰਬਰ ਨੁਕਤਾ। ਇਹ ਨੁਕਤਾ ਜੋ ਹੈ ਇਹ ਬਹੁਤ ਹੀ ਸੌਖਾ ਹੈ। ਸੌਖਾ ਇਸ ਕਾਰਨ ਕਹਿ ਰਹੇ ਹਾਂ ਕਿ ਇਸ ਦੇ ਵਿੱਚ ਦੋਨੋਂ ਜੋ ਸ਼ਬਦ ਹਨ ਉਹ ਉਹੀ ਹਨ। ਪਹਿਲਾ ਵੀ ਉਹੀ ਹੈ, ਦੂਜਾ ਵੀ ਉਹੀ ਹੈ। ਜਿਵੇਂ ਕੁਝ ਅਤੇ ਕੁਝ, ਗੱਲਾਂ ਅਤੇ ਗੱਲਾਂ, ਉੱਚੀ ਅਤੇ ਉੱਚੀ, ਹੁਣੇ ਅਤੇ ਹੁਣੇ, ਮੁੜ ਅਤੇ ਮੁੜ। ਹੁਣ ਤੁਸੀਂ ਵੀਡੀਓ ਨੂੰ ਰੋਕ ਕੇ ਇਹਨਾਂ ਦਾ ਅਭਿਆਸ ਕਰ ਸਕਦੇ ਹੋ। ਹੁਣ ਅਸੀਂ ਇਹਨਾਂ ਦੇ ਉੱਤਰ ਵੇਖਦੇ ਹਾਂ। ਇਹਨਾਂ ਦੇ ਵਿੱਚ ਕੁਝ ਨਹੀਂ, ਵਿੱਚ ਵਾਲਾ ਜੋ ਹਿੱਸਾ ਹਟ ਜਾਏਗਾ ਬਸ। ਇੰਨਾ ਜੋ ਨੁਕਤਾ ਹੈ ਉਹ ਤੁਸੀਂ ਧਿਆਨ 'ਚ ਰੱਖਣਾ ਹੈ
ਇੰਨੀ ਇੱਕ ਗੱਲ ਧਿਆਨ 'ਚ ਰੱਖਣੀ ਹੈ ਕਿ ਵਿੱਚ ਵਾਲਾ ਹਿੱਸਾ ਹਟ ਜਾਏਗਾ। ਦੋਨੋਂ ਜੋ ਸ਼ਬਦ ਦੁਹਰਾਵੇਂ ਸ਼ਬਦ ਹਨ ਉਹ ਆ ਕੇ ਵਿੱਚ ਜੋੜਨੀ ਲੱਗ ਜਾਏਗੀ। ਜਿਵੇਂ ਕੁਝ ਅਤੇ ਕੁਝ ਦਾ ਕੁਝ ਕੁਝ, ਗੱਲਾਂ ਤੇ ਗੱਲਾਂ ਦਾ ਗੱਲਾਂ ਗੱਲਾਂ, ਉੱਚੀ ਅਤੇ ਉੱਚੀ ਦਾ ਉੱਚੀ ਉੱਚੀ, ਹੁਣੇ ਅਤੇ ਹੁਣੇ ਦਾ ਹੁਣੇ ਹੁਣੇ, ਮੁੜ ਅਤੇ ਮੁੜ ਦਾ ਮੁੜ ਮੁੜ। ਹੁਣ 7 ਨੰਬਰ ਨੁਕਤਾ ਜੋ ਹੈ ਉਰਦੂ ਫਾਰਸੀ ਭਾਸ਼ਾ ਦੇ ਸ਼ਬਦਾਂ ਦੇ ਸੁਮੇਲ ਤੋਂ ਬਣੇ ਸਮਾਸੀ ਸ਼ਬਦ। ਪੰਜਾਬੀ ਦੇ ਵਿੱਚ ਬਹੁਤ ਸਾਰੇ ਅਜਿਹੇ ਸਮਾਸੀ ਸ਼ਬਦ ਵੀ ਤੁਹਾਨੂੰ ਮਿਲ ਜਾਣਗੇ ਜੋ ਉਰਦੂ ਫਾਰਸੀ ਭਾਸ਼ਾ ਤੋਂ ਲਏ ਗਏ ਹਨ। ਉਹ ਕਿਸ ਕਿਸਮ ਦੇ ਹਨ, ਆਓ ਉਦਾਹਰਨ ਵੇਖਦੇ ਹਾਂ। ਜਿਵੇਂ ਪੰਜਾਬ ਦਾ ਸ਼ੇਰ, ਖਾਲਸੇ ਦੀ ਵਿਰਾਸਤ, ਤਾਰੀਫ ਦੇ ਕਾਬਲ, ਦਿਲ ਦਾ ਦਰਦ, ਪੰਜਾਬ ਦੀ ਸ਼ਾਨ। ਇਹ ਇਸ ਕਿਸਮ ਦੇ ਸ਼ਬਦਾਂ ਤੋਂ ਸਮਾਸੀ ਸ਼ਬਦ ਬਣਾਉਣੇ ਹਨ ਤਾਂ ਉਹ ਕਿਸ ਤਰ੍ਹਾਂ ਬਣਨਗੇ? ਪਹਿਲਾਂ ਤੁਸੀਂ ਵੀਡੀਓ ਨੂੰ ਰੋਕ ਕੇ ਆਪਣੀ ਕਾਪੀਆਂ ਵਿੱਚ ਅਭਿਆਸ ਕਰੋ, ਫਿਰ ਅਸੀਂ ਉੱਤਰ ਵੇਖਦੇ ਹਾਂ ਕਿ ਪੰਜਾਬ ਦਾ ਸ਼ੇਰ ਦਾ ਬਣਿਆ ਸ਼ੇਰੇ ਪੰਜਾਬ। ਹੁਣ ਇੱਥੇ ਜੋ ਧਿਆਨ ਦੇਣ ਯੋਗ ਗੱਲ ਹੈ, ਪਿੱਛੇ ਜਿੰਨੇ ਵੀ ਅਸੀਂ 6 ਨੰਬਰ ਤੱਕ ਨੁਕਤੇ ਵੇਖੇ ਉਹਨਾਂ 'ਚ ਤਕਰੀਬਨ 2 ਹੀ ਸ਼ਬਦ ਆ ਰਹੇ ਹਨ ਤੇ ਵਿੱਚ ਇੱਕ ਜੋੜਨੀ ਹੈ। ਜਦੋਂ ਅਸੀਂ ਉਹਨਾਂ ਨੂੰ ਸਮਾਸੀ ਸ਼ਬਦ ਬਣਾ ਰਹੇ ਹਾਂ, ਖਾਸ ਕਰ ਜਦੋਂ ਅਸੀਂ ਉਹਨਾਂ ਨੂੰ ਸਮਾਸੀ ਸ਼ਬਦ ਬਣਾ ਰਹੇ ਹਾਂ ਤਾਂ ਇੱਕ ਸ਼ਬਦ ਜੋੜਨੀ ਦੇ ਖੱਬੇ ਪਾਸੇ ਹੈ, ਇੱਕ ਸ਼ਬਦ ਸੱਜੇ ਪਾਸੇ ਹੈ। ਹੁਣ ਇੱਥੇ ਜੋ ਜੋੜਦੀਆਂ ਹਨ ਉਹ 2 ਵੀ ਆ ਸਕਦੀਆਂ ਹਨ, ਜਿਵੇਂ ਅਤੇ ਸ਼ਬਦ 3 ਹੋ ਸਕਦੇ ਹਨ। ਜਿਵੇਂ ਸ਼ੇਰੇ ਪੰਜਾਬ, ਪੰਜਾਬ ਦਾ ਸ਼ੇਰ ਦਾ ਬਣ ਗਿਆ ਸ਼ੇਰੇ ਪੰਜਾਬ। ਖਾਲਸੇ ਦੀ ਵਿਰਾਸਤ ਦਾ ਵਿਰਾਸਤੇ ਖਾਲਸਾ। ਹੁਣ ਵਿੱਚ ਪਹਿਲਾਂ ਵਿਰਾਸਤ ਸ਼ਬਦ, ਫਿਰ ਜੋੜਨੀ, ਫਿਰ ਇਹ ਸ਼ਬਦ, ਫਿਰ ਜੋੜਨੀ, ਫਿਰ ਖਾਲਸਾ। ਇਸੇ ਤਰ੍ਹਾਂ ਉੱਪਰ ਸੀ ਸ਼ੇਰ, ਫਿਰ ਜੋੜਨੀ, ਫਿਰ ਇਹ, ਫਿਰ ਜੋੜਨੀ, ਫਿਰ ਪੰਜਾਬ। ਇਸੇ ਤਰ੍ਹਾਂ ਤਾਰੀਫ ਦੇ ਕਾਬਲ ਦਾ ਕਾਬਲੇ ਤਾਰੀਫ, ਕਾਬਲ, ਫਿਰ ਜੋੜਨੀ, ਫਿਰ ਇਹ, ਫਿਰ ਜੋੜਨੀ, ਫਿਰ ਤਾਰੀਫ। ਇਸੇ ਤਰ੍ਹਾਂ ਦਿਲ ਦਾ ਦਰਦ, ਦਰਦੇ ਦਿਲ, ਦਰਦ, ਫਿਰ ਜੋੜਨੀ, ਫਿਰ ਇਹ, ਫਿਰ ਜੋੜਨੀ, ਫਿਰ ਦਿਲ। ਇਸੇ ਤਰ੍ਹਾਂ ਪੰਜਾਬ ਦੀ ਸ਼ਾਨ ਤੋਂ ਸ਼ਾਨੇ ਪੰਜਾਬ, ਸ਼ਾਨ, ਫਿਰ ਜੋੜਨੀ, ਫਿਰ ਇਹ, ਫਿਰ ਜੋੜਨੀ, ਫਿਰ ਪੰਜਾਬ। ਸੋ ਇਸ ਤਰ੍ਹਾਂ ਅਸੀਂ ਦੇਖਿਆ ਕਿ ਜ਼ਿਆਦਾਤਰ ਜੋ ਸਮਾਸੀ ਸ਼ਬਦ ਹਨ ਇਹਨਾਂ 7 ਨੁਕਤਿਆਂ ਦੇ ਦੁਆਲੇ ਹੀ ਘੁੰਮਦੇ ਹਨ। ਜੇ ਸਾਨੂੰ ਇਹਨਾਂ ਦੀ ਚੰਗੀ ਤਰ੍ਹਾਂ ਸਮਝ ਆ ਗਈ ਤਾਂ ਸਾਨੂੰ ਸਮਾਸੀ ਸ਼ਬਦ ਬਣਾਉਣੇ ਆਪਣੇ ਆਪ ਹੀ ਆ ਜਾਣਗੇ ਤੇ ਅਸੀਂ ਕਦੇ ਵੀ ਕਿਸੇ ਵੀ ਪ੍ਰੀਖਿਆ ਦੇ ਵਿੱਚ ਜਾਂ ਕਿਸੇ ਨੂੰ ਦੱਸਣ ਸਮੇਂ ਇਹਨਾਂ ਨੂੰ ਬਣਾਉਣ ਸਮੇਂ ਗਲਤੀ ਨਹੀਂ ਕਰਾਂਗੇ। ਹੁਣ ਅੱਗੇ ਕੁਝ ਅਭਿਆਸ ਦੇ ਲਈ ਕੁਝ ਸ਼ਬਦ ਮੈਂ ਦੇ ਰਿਹਾ ਤੁਹਾਨੂੰ, ਤੁਸੀਂ ਉਹਨਾਂ ਤੋਂ ਸਮਾਸੀ ਸ਼ਬਦ ਆਪਣੀ ਕਾਪੀਆਂ ਦੇ ਵਿੱਚ ਬਣਾਉਣੇ ਹਨ। ਜੇ ਕਿਤੇ ਸਮਝ ਨਹੀਂ ਆ ਰਹੀ, ਕਿਤੇ ਬਣਾਉਣ ਦੇ ਵਿੱਚ ਦਿੱਕਤ ਆ ਰਹੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਲਿਖ ਦੇਣਾ ਹੈ, ਤੁਹਾਨੂੰ ਉਸ ਦਾ ਉੱਤਰ ਮਿਲ ਜਾਏਗਾ। ਸੋ ਅਭਿਆਸ ਲਈ ਜੋ ਸ਼ਬਦ ਦਿੱਤੇ ਜਾ ਰਹੇ ਹਨ ਉਹਨਾਂ 'ਚ 1 ਨੰਬਰ ਤੇ ਹੈ ਸੋਹਣਾ ਅਤੇ ਸੁਨੱਖਾ, 2 ਨੰਬਰ ਤੇ ਹੈ ਕਾਰ ਅਤੇ ਵਿਹਾਰ, ਫਿਰ ਖੱਟੀ ਅਤੇ ਕਮਾਈ, ਗੋਰਾ ਅਤੇ ਚਿੱਟਾ, ਨੌਕਰ ਅਤੇ ਚਾਕਰ, ਪ੍ਰੇਮ ਅਤੇ ਪਿਆਰ, ਬਾਲ ਅਤੇ ਬੱਚੇ, ਰੁਪਇਆ ਅਤੇ ਪੈਸਾ, ਥਾਂ ਅਤੇ ਟਿਕਾਣਾ, ਦਿਨ ਅਤੇ ਵਾਰ, ਟੁੱਟ ਅਤੇ ਭੱਜ, ਵੇਦ ਅਤੇ ਪੁਰਾਣ। ਫਿਰ ਅੱਗੇ ਹੈ ਅਮੀਰ ਅਤੇ ਗਰੀਬ,
ਸਵਾਲ ਅਤੇ ਜਵਾਬ, ਸਿਰ ਅਤੇ ਪੈਰ, ਧੁੱਪ ਅਤੇ ਛਾਂ, ਲੈਣਾ ਅਤੇ ਦੇਣਾ, ਨਫਾ ਅਤੇ ਨੁਕਸਾਨ, ਸੰਤ ਅਤੇ ਸਿਪਾਹੀ। ਹੁਣ ਅਗਲੀ ਸਲਾਈਡ ਵੱਲ ਵੱਧਦੇ ਹਾਂ ਕਿ ਅਗਲੀ ਸਲਾਈਡ ਤੇ ਕੀ ਹੈ, ਕੀ ਲਿਖਿਆ ਹੋਇਆ ਹੈ। ਹੱਥ ਅਤੇ ਕੰਡੇ, ਘਿਓ ਅਤੇ ਖਿਚੜੀ, ਜੂਸ ਅਤੇ ਜਾਸ, ਕਿਤਾਬਾਂ ਅਤੇ ਕਤੂਬਾਂ, ਸਿੱਖਿਆ ਲਈ ਮੰਤਰੀ, ਖੋਜ ਦੀ ਵਿਧੀ, ਨਾਦਰ ਸ਼ਾਹ ਵਾਲੀ ਲੁੱਟ, ਪ੍ਰਕਾਸ਼ ਸੰਬੰਧੀ ਉਤਸਵ, ਵਾਕਾਂ ਦੀ ਵੰਡ, ਸਿੱਖੀ ਦੀ ਸ਼ਾਨ, ਤਾਰੀਫ ਦੇ ਕਾਬਲ। ਸੋ ਇਹਨਾਂ ਦੇ ਤੁਸੀਂ ਸਮਾਸੀ ਸ਼ਬਦ ਬਣਾ ਕੇ ਵੀ ਲਿਖਣੇ ਹਨ ਤੇ ਨਾਲ ਦੀ ਨਾਲ ਇਹ ਵੀ ਲੱਭਣਾ ਹੈ ਕਿ ਇਹ ਉਹਨਾਂ 7 ਨੁਕਤਿਆਂ ਦੇ ਵਿੱਚੋਂ ਕਿਸ ਨਾਲ ਸੰਬੰਧਿਤ ਹਨ, ਕਿਉਂਕਿ ਜੇ ਤੁਸੀਂ ਇਹ ਵੀ ਲੱਭਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਸਮਾਸੀ ਸ਼ਬਦ ਜੋ ਹੈ ਉਹ ਹੋਰ ਜ਼ਿਆਦਾ ਸਮਝ ਆਉਣਗੇ, ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਡੂੰਘਾਈ ਦੇ ਵਿੱਚ ਜਾ ਕੇ ਸਮਝਣ ਦੀ ਕੋਸ਼ਿਸ਼ ਕਰੋਗੇ ਉਹ ਓਨੇ ਹੀ ਜ਼ਿਆਦਾ ਤੁਹਾਨੂੰ ਸਮਝ ਆਉਣਗੇ। ਸੋ ਇਹ ਸੀ ਸ਼ਬਦਾਂ ਤੋਂ ਸਮਾਸੀ ਸ਼ਬਦ ਬਣਾਉਣੇ। ਅਕਸਰ ਜੋ ਸਾਲਾਨਾ ਪ੍ਰੀਖਿਆਵਾਂ ਹੁੰਦੀਆਂ ਨੇ ਜਾਂ ਤਿਮਾਹੀ, ਛਮਾਹੀ, ਨਮਾਹੀ ਜਿਹੜੀ ਪ੍ਰੀਖਿਆਵਾਂ ਹੁੰਦੀਆਂ ਨੇ ਜੋ CBSE ਪੈਟਰਨ ਤੇ ਹੁੰਦੀਆਂ ਹਨ, ਖਾਸ ਕਰ ਸੈਕੰਡਰੀ ਜਮਾਤਾਂ ਦੇ ਵਿੱਚ, ਉਸ 'ਚ ਅਕਸਰ ਇਸ ਤਰ੍ਹਾਂ ਦੇ ਬਹੁ ਵਿਕਲਪੀ ਪ੍ਰਸ਼ਨ ਵੀ ਪੁੱਛੇ ਜਾ ਸਕਦੇ ਹਨ ਜਾਂ ਪੁੱਛੇ ਜਾਂਦੇ ਹਨ, ਕਿਉਂਕਿ ਇਹ ਸਮੇਂ ਅਨੁਸਾਰ ਬਦਲਦਾ ਰਹਿੰਦਾ ਹੈ। ਬੋਰਡ ਜੋ ਹਨ ਉਹਨਾਂ ਦਾ ਪੈਟਰਨ ਬਦਲਦਾ ਰਹਿੰਦਾ ਹੈ। ਅੱਜ ਕੱਲ੍ਹ ਇਹ ਪ੍ਰਸ਼ਨ ਪੁੱਛੇ ਜਾਂਦੇ ਹਨ। ਜਿਵੇਂ ਇੱਥੇ ਅਸੀਂ ਇਹਨਾਂ ਦਾ ਅਭਿਆਸ ਕਰਦੇ ਹਾਂ ਕਿ ਤੁਸੀਂ ਜੋ ਹੈ ਇਹ ਜੋ 4 ਵਿਕਲਪ ਦਿੱਤੇ ਗਏ ਹਨ ਇਹਨਾਂ ਚੋਂ ਆਪਣਾ ਉੱਤਰ ਲੱਭਣਾ ਹੈ। ਪ੍ਰਸ਼ਨ ਨੂੰ ਚੰਗੀ ਤਰ੍ਹਾਂ ਪੜ੍ਹ ਕੇ। ਪ੍ਰਸ਼ਨ ਸਾਡਾ ਕੀ ਹੈ ਕਿ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਇੱਕ ਸਮਾਸੀ ਸ਼ਬਦ ਹੈ। ਹੁਣ ਅਸੀਂ ਇਹਨਾਂ ਵਿਕਲਪਾਂ ਦੇ ਵਿੱਚੋਂ ਲੱਭਣਾ ਹੈ ਕਿ ਕਿਹੜਾ ਸਮਾਸੀ ਸ਼ਬਦ ਹੈ। ਜਿਵੇਂ ਇੱਜ਼ਤ ਮਾਣ, ਕਮਜ਼ੋਰ, ਰੋਸ਼ਨਦਾਨ, ਪਰਮਾਤਮਾ ਦਾ ਦਰ। ਸੋ ਇਹਨਾਂ ਚੋਂ ਜੇ ਅਸੀਂ ਵੇਖੀਏ, ਪਹਿਲਾ ਉੱਤਰ ਮੈਂ ਦੱਸ ਰਿਹਾ ਹਾਂ, ਇੱਜ਼ਤ ਮਾਣ ਜੋ ਸ਼ਬਦ ਹੈ ਉਹ ਸਮਾਸੀ ਸ਼ਬਦ ਹੈ। ਹੁਣ ਅਗਲੇ ਜੋ ਪ੍ਰਸ਼ਨ ਹਨ ਉਹਨਾਂ ਦੇ ਉੱਤਰ ਤੁਸੀਂ ਆਪ ਲੱਭਣੇ ਹਨ ਕਿ ਧਰਮ, ਕਰਮ, ਇਹਨਾਂ ਵਿੱਚੋਂ ਕਿਸ ਦਾ ਸਮਾਸੀ ਸ਼ਬਦ ਹੈ, ਇਹ ਤੁਸੀਂ ਲੱਭਣਾ ਹੈ। ਅੱਗੇ 4 ਵਿਕਲਪ ਹਨ, ਧਰਮ ਅਤੇ ਕਰਮ, ਧਰਮ ਦੇ ਕਰਮ, ਧਰਮ ਲਈ ਕਰਮ ਅਤੇ ਧਰਮ ਦਾ ਕਰਮ। ਫਿਰ ਤੀਜਾ ਪ੍ਰਸ਼ਨ ਕਿ ਹੇਠ ਲਿਖਿਆ ਵਿੱਚੋਂ ਕਿਹੜਾ ਸਮਾਸੀ ਸ਼ਬਦ ਸਾਰਥਕ ਤੇ ਨਿਰਾਰਥਕ ਸ਼ਬਦਾਂ ਦੇ ਸੁਮੇਲ ਨਾਲ ਬਣਿਆ ਹੈ। ਇੱਟ ਖੜਿੱਕਾ, ਮਿਰਚ ਮਸਾਲਾ, ਪਿੱਟ ਸਿਆਪਾ, ਲੋਕ ਲਾਜ। ਸੋ ਤੁਸੀਂ ਇਸ ਦਾ ਉੱਤਰ ਲੱਭਣਾ ਹੈ ਕਿ ਇਹਨਾਂ ਚੋਂ, ਇਹਨਾਂ 4 ਵਿਕਲਪਾਂ ਵਿੱਚੋਂ ਕਿਹੜਾ ਸਮਾਸੀ ਸ਼ਬਦ ਹੈ ਜੋ ਸਾਰਥਕ ਤੇ ਨਿਰਾਰਥਕ ਸ਼ਬਦਾਂ ਦੇ ਸੁਮੇਲ ਨਾਲ ਬਣਿਆ ਹੈ। ਮੈਂ ਤੁਹਾਨੂੰ ਜੋ ਪਿੱਛੇ ਅਭਿਆਸ ਲਈ ਸ਼ਬਦ ਦਿੱਤੇ ਹਨ, ਮੈਂ ਉਸ ਦੇ ਵਿੱਚ ਵਿਸ਼ੇਸ਼ ਜ਼ੋਰ ਇਸੇ ਕਰਕੇ ਇਸ ਚੀਜ਼ ਲਈ ਦਿੱਤਾ ਹੈ ਕਿ ਤੁਸੀਂ ਜਦੋਂ ਉਹਨਾਂ ਸ਼ਬਦਾਂ ਤੋਂ ਸਮਾਸੀ ਸ਼ਬਦ ਬਣਾਉਣੇ ਹਨ ਤਾਂ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਹੈ ਕਿ ਇਹ ਕਿਸ
ਨੁਕਤੇ ਨਾਲ ਸੰਬੰਧਿਤ ਹੈ। ਜੋ 7 ਨੁਕਤਿਆਂ ਦੀ ਅਸੀਂ ਗੱਲ ਕਰਕੇ ਆਏ ਹਾਂ, ਜਿਵੇਂ ਪਹਿਲਾ ਸੀ ਸਾਡਾ ਸਮਾਨਾਰਥਕ ਸ਼ਬਦਾਂ ਦੇ ਸੁਮੇਲ ਤੋਂ, ਫਿਰ ਵਿਰੋਧਾਰਥਕ ਸ਼ਬਦਾਂ ਦੇ ਸੁਮੇਲ ਤੋਂ, ਫਿਰ ਭਿੰਨ ਭਿੰਨ ਅਰਥਾਂ ਵਾਲੇ ਸ਼ਬਦਾਂ ਦੀ ਗੱਲ ਅਸੀਂ ਕੀਤੀ, ਫਿਰ ਸਾਰਥਕ ਅਤੇ ਨਿਰਾਰਥਕ ਸ਼ਬਦਾਂ ਦੇ ਸੁਮੇਲ ਤੋਂ ਜਿਹੜੇ ਬਣਨ ਵਾਲੇ ਸਮਾਸੀ ਸ਼ਬਦ ਹਨ ਉਹਨਾਂ ਦੀ ਗੱਲ ਕੀਤੀ, ਫਿਰ ਵਾਕੰਸ਼ਾਂ ਦੇ ਆਧਾਰ 'ਤੇ ਜੋ ਬਣਨ ਵਾਲੇ ਹਨ ਉਹਨਾਂ ਦੀ ਗੱਲ ਕੀਤੀ। ਉਸ ਤੋਂ ਬਾਅਦ ਫਿਰ ਦੁਹਰਾਵੇਂ ਸ਼ਬਦਾਂ ਦੇ ਸੁਮੇਲ ਤੋਂ ਜੋ ਬਣਨ ਵਾਲੇ ਹਨ ਉਹਨਾਂ ਦੀ ਗੱਲ ਕੀਤੀ, ਅਤੇ 7 ਨੰਬਰ 'ਤੇ ਫਿਰ ਉਰਦੂ ਫਾਰਸੀ ਦੇ ਸ਼ਬਦਾਂ ਤੋਂ ਬਣਨ ਵਾਲੇ ਸਮਾਸੀ ਸ਼ਬਦ। ਸੋ ਜਦੋਂ ਤੁਸੀਂ ਉਹਨਾਂ ਜਿਹੜੇ 30 ਅਭਿਆਸ ਲਈ ਤੁਹਾਨੂੰ ਸ਼ਬਦ ਦਿੱਤੇ ਗਏ ਹਨ, ਜਦੋਂ ਤੁਸੀਂ ਉਹਨਾਂ ਦਾ ਅਭਿਆਸ ਕਰਨਾ ਹੈ, ਤੁਸੀਂ ਇਹ ਵੀ ਪਛਾਣ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਇਹਨਾਂ 7 ਨੁਕਤਿਆਂ ਦੇ ਵਿੱਚੋਂ ਉਹ ਕਿਸ ਨਾਲ ਸੰਬੰਧਿਤ ਹੈ। ਕਿਉਂਕਿ ਜਦੋਂ ਤੁਸੀਂ ਵਾਰ-ਵਾਰ ਉਸ ਚੀਜ਼ ਦਾ ਅਭਿਆਸ ਕਰੋਗੇ ਤਾਂ ਤੁਹਾਨੂੰ ਉਹ ਜੋ ਹੈ ਉਹ ਸਮਝ ਆ ਜਾਏਗੀ ਕਿ ਇਹ ਕਿਸ ਸਾਡੇ ਨੁਕਤੇ ਨਾਲ ਸੰਬੰਧਿਤ ਹੈ ਅਤੇ ਇਸ ਨੂੰ ਕਿਵੇਂ ਸਮਾਸੀ ਸ਼ਬਦ ਬਣਾਇਆ ਜਾਏਗਾ। ਹੁਣ ਹੇਠ ਲਿਖਿਆ ਵਿੱਚੋਂ ਕਿਹੜਾ ਸਮਾਸੀ ਸ਼ਬਦ ਵਿਰੋਧਾਰਥਕ ਸ਼ਬਦਾਂ ਦੇ ਸੁਮੇਲ ਨਾਲ ਬਣਿਆ ਹੈ। ਹੁਣ ਇੱਥੇ ਵਿਰੋਧਾਰਥਕ ਸ਼ਬਦਾਂ ਦੁੱਖ ਸੁੱਖ, ਅੰਦਰੋਂ ਅੰਦਰ, ਦਿਨ ਦਿਹਾੜੇ, ਲਾਲ ਸੁਰਖ, ਇਹ ਜੋ 4 ਸਾਡੇ ਕੋਲੇ ਵਿਕਲਪ ਹਨ, ਇਹਨਾਂ 'ਚੋਂ ਅਸੀਂ ਦੱਸਣਾ ਹੈ ਕਿ ਕਿਹੜਾ ਵਿਰੋਧਾਰਥਕ ਸ਼ਬਦਾਂ ਦੇ ਸੁਮੇਲ ਨਾਲ ਬਣਿਆ ਹੈ। ਹੁਣ ਨੰਬਰ 5, ਹੇਠਲਿਆਂ ਵਿਕਲਪਾਂ ਵਿੱਚੋਂ ਕਿਹੜਾ ਇੱਕ ਸਮਾਸੀ ਸ਼ਬਦ ਹੈ। ਅਸੀਂ ਇਹ ਦੱਸਣਾ ਕਿ ਕਿਹੜਾ ਸਾਡਾ ਅਮਨ ਚੈਨ, ਕੰਮ ਚੌਰ, ਰੋਸ਼ਨਦਾਨੀ, ਰੱਬ। ਸੋ ਇਹਨਾਂ 'ਚੋਂ ਅਸੀਂ ਦੱਸਣਾ ਹੈ ਕਿ ਕਿਹੜਾ ਇੱਕ ਸਮਾਸੀ ਸ਼ਬਦ ਹੈ। ਉਸੇ ਤਰ੍ਹਾਂ ਹੱਡ ਹਰਾਮੀ ਹੇਠ ਲਿਖੇ ਵਿਕਲਪਾਂ ਵਿੱਚੋਂ ਕਿਸ ਦਾ ਸਮਾਸੀ ਸ਼ਬਦ ਹੈ। ਅਸੀਂ ਇਹ ਦੱਸਣਾ ਹੈ ਇਹਨਾਂ 4 ਦੇ ਵਿੱਚੋਂ, ਜਿਵੇਂ ਹੱਡਾਂ ਦਾ ਹਰਾਮੀ, ਹੱਡੀਆਂ ਹਰਾਮ, ਹੱਡਾਂ ਦੇ ਹਰਾਮ, ਹੱਡੀਆਂ ਨੂੰ ਹਰਾਮ, ਕਿ ਇਹਨਾਂ 4 ਦੇ ਵਿੱਚੋਂ ਕਿਸ ਦਾ ਸਮਾਸੀ ਸ਼ਬਦ, ਇਹ ਜੋ ਸ਼ਬਦ ਲਿਖੇ ਹੋਏ ਹਨ ਇਹਨਾਂ 'ਚੋਂ ਹੱਡ ਹਰਾਮੀ ਜੋ ਸਮਾਸੀ ਸ਼ਬਦ ਹੈ, ਇਹ ਇਹਨਾਂ ਵਿੱਚੋਂ ਕਿਹੜੇ ਵਿਕਲਪ ਵਿੱਚੋਂ ਹੈ। ਇਹਨਾਂ ਦੇ ਜੋ ਉੱਤਰ ਹਨ ਉਹ ਤੁਸੀਂ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਹੁਣ 7 ਨੰਬਰ ਸਾਡਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਸੀ ਸ਼ਬਦ ਵਿਰੋਧਾਰਥਕ ਸ਼ਬਦਾਂ ਦੇ ਸੁਮੇਲ ਨਾਲ ਬਣਿਆ ਹੈ। ਦੁੱਖ ਦਰਦ, ਵੈਰੀ ਦੁਸ਼ਮਣ, ਦਿਨ ਦਿਹਾੜੇ, ਘੱਟ ਵੱਧ। ਸੋ ਇਹਨਾਂ 4 ਦੇ ਵਿੱਚੋਂ ਤੁਸੀਂ ਚੁਣਨਾ ਹੈ। ਹੁਣ ਜਗਤ ਦਾ ਗੁਰੂ ਲਈ ਹੇਠ ਲਿਖੇ ਵਿਕਲਪਾਂ ਵਿੱਚੋਂ ਕਿਹੜਾ ਸਮਾਸੀ ਸ਼ਬਦ ਹੈ। ਅਸੀਂ ਦੱਸਣਾ ਹੈ ਕਿ ਜਗਤ ਦਾ ਗੁਰੂ ਦਾ ਜੇ ਅਸੀਂ ਸਮਾਸੀ ਸ਼ਬਦ ਬਣਾਈਏ ਤਾਂ ਕਿਹੜਾ ਬਣੇਗਾ। ਜਗਤ ਗੁਰੂ, ਜਗਤ ਫਿਰ ਜੋੜਨੀ ਗੁਰੂ, ਜਗਤੀ ਜੋੜਨੀ ਗੁਰੂ, ਜਗਤ ਗੁਰੂ, ਗੁਰੂ ਜਗਤ। ਸੋ ਇਸ ਤਰ੍ਹਾਂ ਅਸੀਂ ਇਹਨਾਂ ਦਾ ਅਭਿਆਸ ਕਰਨਾ ਹੈ। ਜੋ ਪਹਿਲੇ 30 ਸ਼ਬਦ ਹਨ ਉਹਨਾਂ ਦਾ ਵੀ ਫਿਰ ਪਛਾਣ ਕਰਨੀ ਹੈ ਉਹਨਾਂ ਦੀ ਕਿ 7 ਦੇ ਵਿੱਚੋਂ ਕਿਸ ਨੁਕਤੇ ਨਾਲ ਸੰਬੰਧਿਤ ਹਨ। ਵਾਰ-ਵਾਰ ਅਭਿਆਸ ਕਰਕੇ ਜਦੋਂ ਅਸੀਂ ਇਸ ਗੱਲ 'ਚ ਪਰਪੱਕ ਹੋ ਜਾਵਾਂਗੇ ਕਿ ਉਹਨਾਂ ਨੂੰ ਅਸੀਂ ਪਛਾਣ ਸਕੀਏ ਕਿ ਕਿਸ ਨੁਕਤੇ ਨਾਲ ਸੰਬੰਧਿਤ ਹਨ, ਤਾਂ ਸਾਡੇ ਕੋਲ ਕੋਈ ਵੀ ਸ਼ਬਦ ਆਏਗਾ ਤਾਂ ਅਸੀਂ ਝੱਟ ਹੀ ਉਸ ਦਾ ਸਮਾਸੀ ਸ਼ਬਦ ਬਣਾ ਲਵਾਂਗੇ। ਅਤੇ ਜੇ ਸਾਡੇ ਕੋਲ ਸਮਾਸੀ ਸ਼ਬਦ ਬਣਿਆ ਹੋਇਆ ਹੈ ਤਾਂ ਅਸੀਂ ਉਸ ਨੂੰ ਪਛਾਣ ਲਵਾਂਗੇ ਕਿ ਇਹ ਕਿਸ ਤੋਂ ਬਣਿਆ ਹੈ, ਭਾਵ ਕਿਸ ਨੁਕਤੇ ਨਾਲ ਸੰਬੰਧਿਤ ਹੈ ਅਤੇ ਕਿਹੜੇ-ਕਿਹੜੇ ਸ਼ਬਦਾਂ ਨੂੰ ਮਿਲ ਕੇ ਇਹ ਬਣਿਆ ਹੈ। ਸਾਨੂੰ ਇਹ ਪਛਾਣ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ। ਸੋ ਹੁਣ ਤੁਸੀਂ ਆਪਣੀ ਕਾਪੀਆਂ ਦੇ ਵਿੱਚ ਲਿਖ ਕੇ ਇਹਨਾਂ ਦਾ ਅਭਿਆਸ ਕਰੋ।
ਜੇ ਕੋਈ ਦਿੱਕਤ ਆ ਰਹੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣਾ ਪ੍ਰਸ਼ਨ ਲਿਖ ਸਕਦੇ ਹੋ, ਤੁਹਾਨੂੰ ਉਸ ਦਾ ਉੱਤਰ ਮਿਲ ਜਾਏਗਾ। ਬਹੁਤ ਬਹੁਤ ਧੰਨਵਾਦ।